एग्जाम तो पहला एक बैन लगा दिता जाता है भी धार्मिक चिन्ह पहन के एग्जामिनेशन ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਊਗਾ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਬੈਨ ਲਾਇਆ ਸੀ ਜਦੋਂ ਸਟੂਡੈਂਟ ਪਹੁੰਚੇ ਮੌਕੇ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਸ੍ਰੀ ਸਾਹਿਬ ਉਤਾਰੋ ਤੇ ਕੜੇ ਉਤਾਰਨ ਲਈ ਕਿਹਾ ਗਿਆ। ਜਿਨ੍ਹਾਂ ਨੇ ਉਤਾਰਤੇ ਉਹਨਾਂ ਦਾ ਐਗਜ਼ਾਮ ਲਿਆ, ਬਾਕੀਆਂ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਸੀ। ਅੱਜ ABCD ਚੱਕ ਕੇ ਕੋਈ ਜਿਹਦਾ ਦਿਲ ਕਰਦਾ ਬੈਨ ਲਾ ਦਿੰਦਾ। गाइडलाइंस फ्रेम्स इदां दियां होणीਆਂ ਚਾਹੀਦੀਆਂ कि भी ਜਿਹਦੇ ਚ इन फ्यूचर भी ਸਾਡੇ ਤੇ ਜਿਹੜਾ ਕੋਈ ਰੋਕ ਨਾ ਲੱਗੇ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਅਹਿਮ ਮਸਲਾ ਧਿਆਨ ਦੇ ਵਿੱਚ ਆਇਆ ਸੀਗਾ ਕਿ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਕੁਝ ਐਗਜ਼ਾਮੀਨੇਸ਼ਨਾਂ ਦੇ ਵਿੱਚ ਕੁਝ ਇਮਤਿਹਾਨਾਂ ਦੇ ਵਿੱਚ ਵੱਡੇ ਪੱਧਰ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਇਸ ਮਾਮਲੇ ਸੰਬੰਧੀ ਹਰਿਆਣਾ ਦੇ ਵਿੱਚੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਕਿ ਵੱਡੇ ਤੌਰ ਤੇ ਜਿੱਥੇ ਉੱਚੀ ਪੱਧਰ ਦੀਆਂ ਭਰਤੀਆਂ ਹੋਣੀਆਂ ਨੇ ਉੱਥੇ ਵੀ ਸਿੱਧੇ ਤੌਰ ਤੇ ਇਹ ਰੋਕ ਜਿਹੜੀ ਸੀਗੀ ਲਗਾ ਦਿੱਤੀ ਗਈ ਸੀ। ਇਹ ਵੀ ਗੱਲਾਂ ਕਹੀਆਂ ਗਈਆਂ ਕਿ ਇਹਨਾਂ ਕਕਾਰਾਂ ਦੇ ਜ਼ਰੀਏ ਤੁਸੀਂ ਨਕਲ ਮਾਰਨ ਦਾ ਸਮਾਨ ਅੰਦਰ ਲੈ ਕੇ ਜਾ ਸਕਦੇ ਹੋ। ਇਸ ਮੁਤਲਕ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਬੜੀ ਅਹਿਮ ਭੂਮਿਕਾ ਨਿਭਾਈ ਹੈ ਕਿ ਕੇਸ ਜਿਹੜਾ ਇਹ ਬਣਾਇਆ ਗਿਆ ਜਾਂ ਜਿਹੜਾ ਰੱਖਿਆ ਗਿਆ ਹੈਗਾ ਕੰਮ, ਤਾਂ ਇਹਨੂੰ ਕੇਸ ਤਰੀਕੇ ਨਾਲ ਕੇਸ ਬਰੀਕੀ ਨਾਲ ਸਮਝਿਆ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕਿਵੇਂ ਰਾਹਤ ਮਿਲੀ ਹੈ। ਬਾਗੜੀ ਸਾਹਿਬ ਸਾਡੇ ਨਾਲ ਹੈ। ਬਾਗੜੀ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਤੇ ਨਾਲ ਦੀ ਨਾਲ ਇਹ ਜਿਹੜਾ ਕੇਸ ਹੈਗਾ, ਸਭ ਤੋਂ ਪਹਿਲਾਂ ਇਹਦੀ ਬਰੀਕੀ ਸਮਝਾਓ। ਇਹ ਕੇਸ ਹੈ ਕਦੋਂ ਦਾ, ਤੁਹਾਡੇ ਧਿਆਨ 'ਚ ਕਦੋਂ ਆਇਆ? ਦੇਖੋ, ਇਹ ਕੇਸ ਜਿਹੜਾ ਇਹ 2019 ਦਾ, ਜਦੋਂ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ A ਕਲਾਸ ਪੋਸਟਾਂ ਜਿਹਦੇ ਵਿੱਚ ETO, ਤਹਿਸੀਲਦਾਰ, BDPO ਤੇ ਹੋਰ HCS ਐਗਜ਼ੈਕਟਿਵ ਬ੍ਰਾਂਚ ਤੇ ਫੂਡ ਡਿਸਟ੍ਰਿਕਟ ਫੂਡ ਐਂਡ ਸਪਲਾਈ ਕੰਟਰੋਲਰ ਜਿਹੜੀਆਂ ਅਹਿਮ ਪੋਸਟਾਂ ਸੀਗੀਆਂ, ਜਿਵੇਂ PPSC ਹੈ, ਉਹ ਪੋਸਟਾਂ ਜਿਹੜੀਆਂ ਪਬਲਿਸ਼ ਕੀਤੀਆਂ। ਤੇ ਉਸ ਤੋਂ ਐਗਜ਼ਾਮ ਤੋਂ ਪਹਿਲਾਂ ਇੱਕ ਬੈਨ ਲਗਾ ਦਿੱਤਾ ਜਾਂਦਾ ਵੀ ਧਾਰਮਿਕ ਚਿੰਨ੍ਹ ਪਹਿਨ ਕੇ ਐਗਜ਼ਾਮੀਨੇਸ਼ਨ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਊਗਾ। ਮੈਂ ਇਹ ਵੀ ਗੱਲ ਕਲੀਅਰ ਕਰਦਾ, 2016 ਚ ਵੀ ਇਦਾਂ ਦਾ ਜਿਹੜਾ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਬੈਨ ਲਾਇਆ ਸੀ ਜਦੋਂ ਸਟੂਡੈਂਟ ਪਹੁੰਚੇ ਮੌਕੇ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਸ੍ਰੀ ਸਾਹਿਬ ਉਤਾਰੋ ਤੇ ਕੜੇ ਉਤਾਰਨ ਲਈ ਕਿਹਾ ਗਿਆ। ਜਿਨ੍ਹਾਂ ਨੇ ਉਤਾਰਤੇ ਉਹਨਾਂ ਦਾ ਐਗਜ਼ਾਮ ਲਿਆ, ਬਾਕੀਆਂ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਸੀ। ਉਦੋਂ ਤਾਂ ਮੈਨੂੰ ਨਹੀਂ ਸੀ ਪਤਾ ਚੱਲਿਆ, ਬਟ ਜਦੋਂ 2019 ਦੇ ਵਿੱਚ ਮੈਨੂੰ 29 ਤਰੀਕ ਨੂੰ ਪਤਾ ਚੱਲਦਾ, 31 ਤਰੀਕ ਦਾ ਐਗਜ਼ਾਮ ਸੀ ਸੰਡੇ ਵਾਲੇ ਦਿਨ ਦਾ। 29 ਨੂੰ ਮੈਂ ਰਾਤੋਂ ਰਾਤ ਪ੍ਰਪੇਅਰ ਕਰਕੇ, ਸੈਚਰਡੇ ਵੈਸੇ ਤਾਂ ਵਰਕਿੰਗ ਨਹੀਂ ਸੀ, ਕੋਰਟ ਨੂੰ ਛੁੱਟੀ ਸੀ, ਤੇ ਸਪੈਸ਼ਲ ਮੈਂ ਜਾ ਕੇ ਇੱਕ ਪ੍ਰੋਸੀਜਰ ਬਣਿਆ ਹੋਇਆ ਜਿੱਥੇ ਸਪੈਸ਼ਲ ਬੈਂਚ ਕਨਸਟੀਟਿਊਟ ਹੁੰਦਾ, ਔਰ ਚੀਫ ਜਸਟਿਸ ਦੇ ਮੈਂ ਰਿਕੁਐਸਟ ਕੀਤੀ ਕਿ ਵੀ ਇਦਾਂ ਪ੍ਰੋਬਲਮ ਆ ਗਈ ਹੈ ਔਰ ਇਹ ਐਗਜ਼ਾਮ ਜਿਹੜਾ ਕੱਲ ਲਈ ਮਤਲਬ 31/3/2019 ਲਈ ਸ਼ਡਿਊਲਡ ਹੈ ਤੇ ਐਮਰਜੈਂਸੀ ਹੈ, ਸਪੈਸ਼ਲ ਬੈਂਚ ਬੈਠਣਾ ਚਾਹੀਦਾ। ਔਰ ਮੇਰੇ ਨਾਲ ਐਗਰੀ ਕਰਕੇ ਸਪੈਸ਼ਲ ਬੈਂਚ ਜਿਹੜਾ ਕਨਸਟੀਟਿਊਟ ਕੀਤਾ ਗਿਆ ਸੀ, 4 ਵਜੇ ਤੋਂ ਲੈ ਕੇ 7 ਵਜੇ ਤੱਕ ਉਹਦੀ ਹੀਅਰਿੰਗ ਹੁੰਦੀ ਰਹੀ ਡਿਟੇਲ ਦੇ ਚ। ਤੇ ਉਸ ਤੋਂ ਬਾਅਦ ਜਿਹੜਾ ਆਰਡਰ ਹੈ, ਜਿੱਥੇ ਇਹਨਾਂ ਨੇ ਰੋਕ ਲਾਈ ਸੀ ਵੀ ਸਿੱਖ ਕਿਰਪਾਨ ਤੇ ਕੜਾ ਲੈ ਕੇ ਐਗਜ਼ਾਮ ਚ ਨਹੀਂ ਪੇਸ਼ ਹੋ ਸਕਦੇ, ਹਰਿਆਣਾ ਗਵਰਨਮੈਂਟ, ਹਰਿਆਣਾ HPSC ਦਾ ਉਹ ਸ਼ਰਤ ਨੂੰ ਤੋੜ ਦਿੱਤਾ ਗਿਆ ਹਾਈ ਕੋਰਟ ਵੱਲੋਂ ਕਿ ਵੀ ਬੱਚੇ ਜਿਹੜੇ ਗੁਰਸਿੱਖ ਬੱਚੇ ਨੇ ਉਹਨਾਂ ਦੇ ਕਕਾਰਾਂ ਤੇ ਬੈਨ ਨਹੀਂ ਲਾਇਆ ਜਾ ਸਕਦਾ। ਸੋ ਇੱਕ ਜਿੱਤ ਜਿਹੜੀ ਸੀ ਪਾਰਟਲੀ ਉਸ ਦਿਨ ਹੋ ਗਈ ਸੀ। ਔਰ ਮੈਂ ਇਹਦੇ ਨਾਲ ਇਹ ਮੰਗ ਕੀਤੀ ਹੋਈ ਸੀ ਪਟੀਸ਼ਨ ਵਿੱਚ ਕਿ ਵੀ ਅੱਜ ABCD ਚੱਕ ਕੇ ਕੋਈ ਜਿਹਦਾ ਦਿਲ ਕਰਦਾ ਬੈਨ ਲਾ ਦਿੰਦਾ, ਕਦੀ ਕੋਈ ਸਕੂਲ, ਕਦੇ ਕੋਈ ਹੋਰ ਲਗਾ ਦਿੰਦਾ। ਇਹਦੇ ਤੇ ਕੋਈ ਪ੍ਰੋਪਰ ਗਾਈਡਲਾਈਨਸ ਫਰੇਮਸ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਵੀ ਜਿਹਦੇ ਚ ਇਨ ਫਿਊਚਰ ਵੀ ਸਾਡੇ ਤੇ ਜਿਹੜਾ ਕੋਈ ਰੋਕ ਨਾ ਲੱਗੇ। ਤੇ ਹੁਣ ਜਿਹੜਾ ਕੋਰਟ ਨੇ ਰੀਸੈਂਟ ਜਿਹੜਾ ਡਿਸੀਜਨ ਦਿੱਤਾ ਹੈ, ਇਨ ਵਿਊ ਆਫ ਸਟੇਟਮੈਂਟ ਜਿਹੜੀ ਸਟੇਟ ਆਫ ਪੰਜਾਬ ਤੇ ਹਰਿਆਣਾ ਨੇ ਸਫਰ ਕੀਤੀ ਹੈ, ਪੰਜਾਬ ਦਾ ਈਵਨ ਦੋ ਕਿ ਕੋਈ ਵੀ ਇਦਾਂ ਦਾ ਕੋਈ ਆਰਡਰ ਨਹੀਂ ਸੀ, ਪਰ ਫਿਰ ਵੀ ਮੈਂ ਸਟੇਟ ਆਫ ਪੰਜਾਬ ਨੂੰ ਉਚਿਤ ਸਮਝਿਆ ਪਾਰਟੀ ਬਣਾਉਣ ਦਾ, ਕਿਉਂਕਿ ਸਿੱਖ ਓਰੀਜਨ ਇੱਥੋਂ ਹੈ। ਜੇ ਸਟੇਟ ਲੈਜਿਸਲੇਟਿਵ ਅਸੈਂਬਲੀ ਆਫ ਸਟੇਟ ਆਫ ਪੰਜਾਬ ਨੂੰ ਅਸੀਂ ਰੱਖਾਂਗੇ ਤਾਂ ਇਟ ਵੁੱਡ ਬੀ ਬੈਟਰ ਕਿ ਹਾਂ ਉਹ ਚੰਗੀ ਤਰ੍ਹਾਂ ਸਿੱਖਾਂ ਦੇ ਜਿਹੜੀਆਂ ਸਾਡੇ ਕਕਾਰ ਨੇ ਜਾਂ ਰਹਿਤ ਮਰਿਆਦਾ ਹੈ, ਰਹਿਤ ਮਰਿਆਦਾ ਨੂੰ ਕਾਨੂੰਨਨ ਜਿਹੜਾ ਹੁਣ ਤੱਕ ਜਿਹੜੀ ਰੈਕਗਨੀਸ਼ਨ ਹੈ, ਕਸਟਮ ਤੇ ਬੇਸ਼ੱਕ ਬਣੇ ਹੋਏ ਨੇ। ਜੇ ਹੁਣ ਅਸੀਂ ਦਸਤਾਰ ਬੰਨਦੇ ਸੀ ਇਸੇ ਕਰਕੇ ਸਾਨੂੰ ਐਗਜ਼ਾਮਸ਼ਨ ਮਿਲੀ ਹੈ ਨਾ ਵੀ ਤੁਸੀਂ ਹੈਲਮਟ ਨਾ ਪਹਿਨੋ, ਇਸੇ ਕਰਕੇ ਉਹ ਕਿੱਥੇ ਮਿਲੀ ਹੈ? ਐਕਟ ਦੇ ਵਿੱਚ ਮਿਲੀ ਹੈ। ਐਦਾਂ ਹੀ ਕਿਉਂ ਨਾ ਇਨ ਫਿਊਚਰ ਕੋਈ ਜਿਹੜੀਆਂ ਗਲਤ ਪਾਵਰਾਂ, ਜਿਹੜੀਆਂ ਦੀ ਇੰਟੈਂਸ਼ਨ ਮਨਸ਼ਾ ਗਲਤ ਹੈ, ਉਹਨਾਂ ਤੇ ਫੁੱਲ ਸਟਾਪ ਨਾ ਲਾ ਦਿੱਤਾ ਜਾਵੇ। ਸੋ ਕੋਰਟ ਨੇ ਇਹਨਾਂ ਤੋਂ ਪੁੱਛਿਆ ਸਟੇਟ ਆਫ ਹਰਿਆਣਾ ਤੋਂ, ਉਹ ਕਹਿੰਦੇ ਵੀ ਇਹ ਬਾਗੜੀ ਸਾਹਿਬ ਸਾਨੂੰ ਰਿਪਰੈਜ਼ੈਂਟੇਸ਼ਨ ਡਿਟੇਲ ਦੇ ਚ ਦੇਣ, ਇਹਦੇ ਤੇ ਅਸੀਂ ਪ੍ਰੋਪਰ ਜਿਹੜਾ ਹੈ ਐਕਟ ਜਾਂ ਜੋ ਵੀ ਸਾਨੂੰ ਉਚਿਤ ਲੱਗਦਾ ਅਸੀਂ ਐਜ਼ ਪਰ ਲਾਅ ਆਰਡਰ ਪਾਸ ਕਰਾਂਗੇ।
ਜਾਣੀ ਕਿ ਇੱਕ ਵੱਡੀ ਗੱਲ ਹੋ ਗਈ ਕਿ ਅੱਗੇ ਤੋਂ ਕੋਈ ਕੋਸ਼ਿਸ਼ ਵੀ ਨਹੀਂ ਕਰ ਸਕਦਾ ਕਿ ਇਸ ਤਰੀਕੇ ਨਾਲ ਕੋਈ ਵੀ ਬੱਚਾ ਜੇ ਐਗਜ਼ਾਮ 'ਚ ਜਾ ਰਿਹਾ ਮੌਕੇ ਤੇ ਪਾਬੰਦੀ ਲਗਾ ਦਿੱਤੀ ਜਾਵੇ। ਮੌਕੇ ਤੇ ਪਾਬੰਦੀ ਲਾਉਣ ਦਾ ਤਾਂ ਕੋਈ ਕੁਐਸਚਨ ਹੀ ਨਹੀਂ। ਹੁਣ ਹੁੰਦਾ ਕੀ ਹੈ, ਅੱਜ ਹੁਣ ਤੱਕ ਕੀ ਹੁੰਦਾ ਰਿਹਾ, ਕਿਸੇ ਨੇ ਪਾਬੰਦੀ ਲਾਈ, ਕੋਰਟ 'ਚ ਗਿਆ, ਕੋਰਟ ਨੇ ਜੇ ਗਿਆ ਕੋਰਟ 'ਚ, ਕੋਰਟ ਨੇ ਚਲੋ ਪਰਮਿਸ਼ਨ ਦੇਤੀ, ਉਹਦੇ ਤੇ ਕੋਈ ਹੁਣ ਤੱਕ ਇਹ ਨਹੀਂ ਸੀ ਆਇਆ ਵੀ ਇਨ ਫਿਊਚਰ ਨਾ ਹੋਵੇ। ਇਸੇ ਕਰਕੇ ਬਾਰ-ਬਾਰ ਲੱਗਦੇ ਰਹੇ ਨੇ। ਹੁਣ ਮੈਂ ਇਹਦੇ 'ਚ ਐਲੈਬੋਰੇਟਲੀ ਮੰਗਿਆ ਵੀ ਆਰਟੀਕਲ 25 ਦੇ 'ਚ ਜਿਹੜਾ ਸਾਨੂੰ ਰਾਈਟ ਸੰਵਿਧਾਨ ਨੇ ਦਿੱਤਾ ਹੈ, ਐਕਸਪਲੇਨੇਸ਼ਨ 1 ਹੈ। ਹੋਰ ਇਹ ਮੈਂ ਇੱਕ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਕਲੈਰੀਫਾਈ ਕਰ ਦੇਣਾ ਚਾਹੁੰਦਾ, ਜਿਹੜਾ ਸਿੱਖ ਰਿਲੀਜਨ ਹੈ ਉਹ ਆਰਟੀਕਲ 25 ਦੇ ਵਿੱਚ ਕਨਸਟੀਟਿਊਸ਼ਨ, ਮੈਂ ਸੰਵਿਧਾਨ ਦੀ ਗੱਲ ਕਰਦਾ, ਜਿਹੜਾ ਸਿੱਖ ਨੇ ਕਿਰਪਾਨ ਪਹਿਨਣੀ ਹੈ ਨਾ, ਉਹ ਪਾਰਟ ਹੈ ਸਿੱਖ ਰਿਲੀਜਨ ਦਾ, ਰਿਟਨ ਦੇ ਵਿੱਚ ਜੇ ਕੋਈ ਹੈ। ਇਸੇ ਕਰਕੇ ਤਾਂ ਬੈਨ ਨਹੀਂ ਲੱਗ ਪਾ ਰਿਹਾ, ਅਦਰਵਾਈਜ਼ ਤਾਂ ਜਿਹੜੀਆਂ ਨਹੀਂ। ਜੇ ਮੈਂ ਇਹ ਸੋਚਦਾ, ਸਾਡਾ ਸਭ ਨੂੰ ਪਤਾ 5 ਕਕਾਰ ਨੇ, ਜੇ ਕਿਤੇ ਸੰਵਿਧਾਨ ਦੇ ਵਿੱਚ ਇਹ ਨਾ ਮੈਂਸ਼ਨ ਹੁੰਦਾ ਤਾਂ ਇਹ ਕੀ ਕੁਝ ਹੁੰਦਾ ਉਦੋਂ। ਨਹੀਂ, ਇਹ ਕਿਉਂਕਿ ਬਹੁਤ ਦਿੱਕਤ ਉਸ ਵੇਲੇ ਬੱਚਿਆਂ ਨੂੰ ਆਉਂਦੀ ਹੈ ਨਾ, ਕਿ ਵੇਲੇ ਐਗਜ਼ਾਮ ਤੋਂ ਪਹਿਲਾਂ ਦੱਸਿਆ ਨਹੀਂ ਗਿਆ ਹੁੰਦਾ ਕਿ ਇਦਾਂ ਦੀ ਵੀ ਕੋਈ ਮੌਕੇ ਤੇ ਪਾਬੰਦੀ ਹੋ ਸਕਦੀ ਹੈ। ਉਹ ਬੱਚਿਆਂ ਨੂੰ ਮੌਕੇ ਤੇ ਜਾ ਕੇ ਪਤਾ ਲੱਗਦਾ। ਬਹੁਤੇ ਬੱਚੇ ਫਿਰ ਸਟੈਂਡ ਲੈ ਲੈਂਦੇ ਆ ਕਿ ਅਸੀਂ ਜੀ ਆਪਣੇ ਕਕਾਰ ਨਹੀਂ ਲਾਉਣੇ, ਤੇ ਉਹਨਾਂ ਦਾ ਭਵਿੱਖ ਖਰਾਬ ਹੁੰਦਾ। ਮੈਂ ਇਸ ਕਰਕੇ ਪੁੱਛ ਰਿਹਾ ਸੀ ਵੀ ਹੁਣ ਅੱਗੇ ਤੋਂ ਜਾਣੀ ਕਿ ਇਹ ਚੀਜ਼ ਇਸ ਤਰੀਕੇ ਨਾਲ ਬੱਚਿਆਂ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਹੋ ਸਕਦਾ। ਬਿਲਕੁਲ ਖਿਲਵਾੜ ਨਹੀਂ ਹੋ ਸਕਦਾ, ਪਰ ਜੇ ਕਦੇ ਕੋਈ ਗੈਰ ਕਾਨੂੰਨੀ ਆਰਡਰ ਕਰਦਾ, ਇਸੇ ਲਈ ਤਾਂ ਇਹ ਹੁਣ ਜਿਹੜਾ ਮੈਂ ਮੰਗਿਆ, ਜਿਹੜਾ ਸੈਕੰਡ ਪਾਰਟ ਆ, ਈਵਨ ਦੋ ਕਿ ਉਸ ਦਿਨ ਪਰਮਿਸ਼ਨ ਮਿਲ ਗਈ ਸੀ, ਮੈਂ ਕਿਉਂ ਮੰਗ ਰਿਹਾ, ਮੈਂ ਤਾਂ ਇੱਥੋਂ ਤੱਕ ਮੰਗਿਆ, ਮਤਲਬ ਮੰਗ ਕਰਨ ਜਾ ਰਿਹਾ ਵੀ ਜਿਹੜੇ ਅਧਿਕਾਰੀਆਂ ਨੇ, IAS ਜਾਂ ਜਿਹੜੇ ਵੀ ਬਿਊਰੋਕਰੇਟਸ ਨੇ, ਕੀ ਉਹਨਾਂ ਨੂੰ ਸੰਵਿਧਾਨ ਦਾ ਨਹੀਂ ਸੀ ਪਤਾ ਜਿਨ੍ਹਾਂ ਨੇ ਲਾਈ ਸੀ। ਮੌਕੇ ਤੇ ਤੁਸੀਂ ਰੋਕ ਲਾਤੀ, ਬੱਚਾ ਕਈ ਵਾਰ ਦੇਖਦਾ ਵੀ ਮੇਰਾ ਕਰੀਅਰ ਹੈ, ਕਈ ਵਾਰ ਉਹ ਨਾ ਚਾਹੁੰਦਾ ਹੋਇਆ ਵੀ ਕੰਪਰੋਮਾਈਜ਼ ਕਰ ਜਾਂਦਾ। ਜਿਹਨੇ ਅੜਿਆ ਉਹਨੂੰ ਉਹਨਾਂ ਨੇ ਅਪੀਅਰ ਨਹੀਂ ਹੋਣ ਦਿੱਤਾ 2016 ਚ। ਹੁਣ ਐਡਾ ਜ਼ਿਆਦਾ ਇੱਕ ਕਰੀਅਰ ਦੇ ਨਾਲ ਬਾਰ-ਬਾਰ ਐਗਜ਼ਾਮ ਨਹੀਂ ਹੋਣੇ, ਬਾਰ-ਬਾਰ ਐਗਜ਼ਾਮ ਨਹੀਂ ਆਉਂਦੇ, ਬਾਰ-ਬਾਰ ਏਜ ਨਹੀਂ ਰਹਿੰਦੀ ਬੱਚੇ ਦੀ, ਔਰ ਐਡੀਆਂ ਅੱਛੀਆਂ ਪੋਸਟਾਂ ਦੀ ਜਿਹੜੀ ਸੀਗੀ ਉਹ ਸਿਲੈਕਸ਼ਨ ਸੀ। ਮੈਂ ਇਸੇ ਕਰਕੇ ਮੰਗ ਰਿਹਾ ਵੀ ਸਿਰਫ ਕੱਲਾ EMPLOYMENT ਦੇ ਟਾਈਮ ਦੋ ਤਰ੍ਹਾਂ ਦਾ, ਇੱਕ ਐਗਜ਼ਾਮੀਨੇਸ਼ਨ 'ਚ ਅਪੀਅਰ ਹੋਣਾ, ਇੱਕ ਬੱਚਾ ਪੜ੍ਹਦਾ ਹੈ ਉਹ ਸਕੂਲ ਸੰਸਥਾ ਦੇ ਵਿੱਚ ਹੈ, ਪ੍ਰਾਈਵੇਟ ਸਕੂਲ ਵੀ ਹੋ ਸਕਦਾ ਹੈ, ਉਹ ਗਵਰਨਮੈਂਟ ਸਕੂਲ ਵੀ ਹੋ ਸਕਦਾ। ਉਸ ਤੋਂ ਬਾਅਦ EMPLOYMENT ਜਦੋਂ ਹੁੰਦੀ ਹੈ, ਜਦੋਂ ਕਿਤੇ ਕਿਸੇ ਨੂੰ ਕਿਸੇ ਨੌਕਰੀ ਦੇ ਵਿੱਚ ਜਾਣਾ, ਉਹ ਵੀ ਗੈਰ ਸਰਕਾਰੀ ਹੋ ਸਕਦੀ ਹੈ, ਪ੍ਰਾਈਵੇਟ ਹੋ ਸਕਦੀ ਹੈ ਤੇ ਸਰਕਾਰੀ ਹੋ ਸਕਦੀ ਹੈ। ਉਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਹੈ। ਅੱਜ ਰਿਟਨ ਐਗਜ਼ਾਮ ਹੋ ਗਿਆ, ਕੱਲ ਨੂੰ ਇੰਟਰਵਿਊ ਹੈ, ਕੱਲ ਨੂੰ ਹੋਰ ਹੈ। ਉਹ ਸਾਰਾ ਕੁਝ ਮੈਂ ਇਹਦੇ ਤੇ ਜਿਹੜਾ ਪ੍ਰੋਪਰਲੀ ਕੋਈ ਗਾਈਡਲਾਈਨਸ ਫਰੇਮ ਹੋਣ, ਕਿਉਂਕਿ ਕੋਰਟ ਨੇ ਬੜਾ ਐਲੈਬੋਰੇਟਲੀ, ਕਿਉਂਕਿ ਪੂਰੀਆਂ ਮੈਂ ਮੈਂਸ਼ਨ ਕੀਤੀਆਂ ਸੀ, ਆਰਡਰ ਵੀ ਉਹ 12 ਤੋਂ 15 ਪੇਜਾਂ ਦਾ ਸੀ ਪਹਿਲੇ। ਤੁਸੀਂ ਇਹ ਕੋਸ਼ਿਸ਼ ਕਰ ਰਹੇ ਹੋ ਹੁਣ ਕਿ ਇੱਕ ਤਾਂ ਚਲੋ ਐਗਜ਼ਾਮ ਜਦੋਂ ਹੁੰਦੇ ਨੇ, ਪੇਪਰ ਜਦੋਂ ਹੁੰਦੇ ਨੇ, ਕੋਈ ਵੀ ਐਂਟਰੈਂਸ ਐਗਜ਼ਾਮ ਹੋ ਗਏ, ਉਸ ਦੀ ਪਾਬੰਦੀ ਤਾਂ ਹਟੇ ਜਾਣੀ ਕਿ ਇੱਕ ਹਿਸਾਬ ਨਾਲ ਤੁਸੀਂ ਅਦਾਲਤ ਤੋਂ ਫੈਸਲਾ ਵੀ ਲੈ ਲਿਆ ਬੱਚਿਆਂ ਦੇ ਹੱਕ ਦੇ ਵਿੱਚ, ਉਹ ਤਾਂ ਚੰਗੀ ਗੱਲ ਹੋ ਗਈ। ਉਸ ਤੋਂ ਬਾਅਦ ਤੁਸੀਂ ਹੁਣ ਇਹ ਕੋਸ਼ਿਸ਼ ਕਰ ਰਹੇ ਹੋ ਕਿ ਇੱਕ ਤਾਂ ਜਦੋਂ ਐਗਜ਼ਾਮ ਦੇ ਐਨ ਪਹਿਲਾਂ ਉਹਨਾਂ ਨੂੰ ਪਤਾ ਲੱਗੇ ਇਦਾਂ ਦੀ ਘਟਨਾ ਨਾ ਹੋਵੇ ਦੁਬਾਰਾ, ਤੇ ਨਾਲ ਦੀ ਨਾਲ ਜਿਹੜੀਆਂ ਹੋਰ ਚੀਜ਼ਾਂ ਜਿੱਦਾਂ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਅਕਸਰ ਕਈ ਵੇਲੇ ਥਾਂ ਤੋਂ ਅਸੀਂ ਦੇਖਦੇ ਸੀ ਖਬਰਾਂ ਆ ਜਾਂਦੀਆਂ ਸੀ, ਰੋਕਿਆ ਜਾਂਦਾ ਰਿਹਾ, ਹੁਣ ਉਹ ਵੀ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ ਕਿ ਇਹ ਸਾਰੇ ਕੰਮ ਜਿਹੜੇ ਇੱਕੋ ਵਾਰੀ ਰੁਕ ਜਾਣੇ। ਡੈਫੀਨੇਟਲੀ ਮੈਂ ਇਹੀ ਚਾਹੁੰਦਾ ਵੀ ਕਲੈਰੀਫਿਕੇਸ਼ਨ ਆ ਜੇ। ਹੁਣ ਜਦੋਂ ਮੈਂ ਇੱਕ ਤੁਹਾਨੂੰ ਇਹਦਾ ਹੀ ਆਈ ਐਮ ਪੋਜ਼ਿੰਗ ਯੂਅਰ ਕੁਐਸਚਨ ਵਿਚ ਯੂ ਆਰ ਰਿਅਲਾਈਜ਼ਿੰਗ, ਮੈਂ ਹੁਣ 2018 ਦੀ ਗੱਲ ਦੱਸ ਰਿਹਾ ਤੁਹਾਨੂੰ। ਮੈਂ ਸੁਪਰੀਮ ਕੋਰਟ ਇੱਕ ਨਿੱਜੀ ਕੇਸ ਕਰਨ ਗਿਆ ਹੋਇਆ ਸੀ, ਉਹ ਮੈਂ ਉਸ ਕੋਰਟ ਦੇ ਚੋਂ ਮੈਂ ਸਟੇ ਕਰਾ ਕੇ ਨਿਕਲਿਆ, ਤੇ ਮੈਂ ਜਦੋਂ ਬਾਹਰ ਦੇਖਿਆ ਉੱਥੇ ਬਹੁਤ ਸਿੱਖ ਲੋਕ ਖੜੇ ਹੋਏ ਸੀ। ਉਹਨਾਂ ਨੇ ਮੈਨੂੰ ਕਿਹਾ, ਬਗੜੀ ਸਾਹਿਬ ਤੁਸੀਂ ਗੁਰਸਿੱਖ ਹੋ, ਤੁਹਾਡਾ ਪਹਿਰਾਵਾ ਵੀ ਸਿੱਖੀ ਵਾਲਾ, ਵੀ ਤੁਸੀਂ ਆਹ ਕੋਰਟ 'ਚ ਵੀ ਆਓ। ਉਹ ਕੋਰਟ ਸੀ ਜਿਹੜੇ ਆਪਣੇ ਪਹਿਲਾਂ ਚੀਫ ਜਸਟਿਸ ਸੀਗੇ, ਉਹਨਾਂ ਦੀ ਕੋਰਟ ਸੀ। ਉਹ ਕਹਿੰਦੇ ਉਹਦੇ 'ਚ, ਮੈਂ ਕਿਹਾ ਕੀ ਇਸ਼ੂ ਹੈ? ਉਹ ਕਹਿੰਦੇ ਇਹ 'ਚ ਟਰਬਨ ਦਾ ਇਸ਼ੂ ਚੱਲ ਰਿਹਾ, ਪੱਗ ਤੇ ਬੈਨ ਲਾਤਾ ਸੀ। ਤੁਹਾਨੂੰ ਯਾਦ ਹੋਣਾ JS ਪੁਰੀ ਵਾਲਾ ਕੇਸ ਸੀ, ਉਹਦੇ 'ਚ ਪੱਗ ਬੰਨਣ ਤੋਂ ਬੈਨ ਲਾਤਾ ਸੀ। ਸਾਈਕਲਿੰਗ ਐਸੋਸੀਏਸ਼ਨ ਨੇ ਕੰਪੀਟੀਸ਼ਨ ਸੀ ਵੀ ਸਾਈਕਲ ਚਲਾਉਂਦੇ ਹੋਏ ਤੁਸੀਂ ਪੱਗ ਉਤਾਰ ਕੇ ਹੈਲਮਟ ਪਹਿਨੋ ਇੰਡੀਆ ਦੇ ਵਿੱਚ। ਉਹ ਫਰਾਂਸ ਦੀ ਆਰਗੇਨਾਈਜੇਸ਼ਨ ਸੀ। ਮੈਂ ਅਪੀਅਰ ਹੋਇਆ ਪਹਿਲੇ ਦਿਨ ਉੱਥੇ, ਮੈਂ ਐਪਲੀਕੇਸ਼ਨ ਮੂਵ ਕੀਤੀ, ਤੇ ਕੋਰਟ ਨੇ ਇੱਕ ਕੁਐਸਚਨ ਰੇਜ਼ ਕੀਤਾ ਵੀ ਕਿਹੜੇ ਟਾਈਪ ਦੀ ਪੱਗ ਹੋਣੀ ਚਾਹੀਦੀ ਹੈ। ਇੱਕ ਬੱਚਾ ਖੜਾ ਸੀ ਰਾਉਂਡ ਪੱਗ ਬੰਨੀ, ਤੇ ਉਹ ਕੁਐਸਚਨ ਪੁੱਛ ਰਹੀ ਹੈ ਕੋਰਟ ਵੀ ਪੱਗ ਦਾ ਸਟਾਈਲ ਕਿਹੜਾ ਹੋਣਾ ਚਾਹੀਦਾ। ਇੱਕ ਬੜੇ ਸੀਨੀਅਰ ਕੌਂਸਲ ਨੇ, ਉਹ ਕਹਿੰਦੇ ਜੀ ਅਸੀਂ ਪਤਾ ਕਰਕੇ ਦੱਸਾਂਗੇ। ਮੈਂ ਵਿੱਚੋਂ ਕੋਰਟ ਦੇ ਵਿੱਚ ਇੰਟਰਪਟ ਕੀਤਾ ਕੋਰਟ ਨੂੰ, ਮੈਂ ਕਿਹਾ ਇਹ ਤਾਂ ਗਲਤ ਕੁਐਸਚਨ ਹੈ। ਹੁਣ ਕੁਦਰਤੀ ਜੱਜ ਸਾਹਿਬ ਉੱਥੇ ਬੈਠੇ ਹੋਏ ਸੀ, ਇੱਕ ਦਾ ਹੇਅਰ ਸਟਾਈਲ ਇੱਧਰ ਨੂੰ ਸੀ, ਇੱਕ ਦਾ ਹੇਅਰ ਸਟਾਈਲ ਇੱਧਰ ਨੂੰ ਸੀ। ਮੈਂ ਕਿਹਾ ਲਾਈਕ in the Hindu religion or any other religion, everybody is free to have any hairstyle,
ਈਦਰ ਔਨ ਦਿਸ ਸਾਈਡ ਔਰ ਔਨ ਦੈਟ ਸਾਈਡ ਦੀ ਟਰਬਨ ਮੇ ਵੀ ਐਦਾਂ ਵੀ ਬਣ ਸਕਦੇ ਆ, ਰਾਜਿਆਂ ਵਾਂਗੂ ਵੀ ਬਣ ਸਕਦੇ ਆ। ਟਰਬਨ ਦਾ ਤਾਂ ਕੋਈ ਸਟਾਈਲ ਨਹੀਂ, ਕਿੱਦਾਂ ਦੀ ਵੀ ਗੋਲ ਪਰ ਟਰਬਨ ਵੀ ਹੋ ਸਕਦੀ ਹੈ। ਸੋ ਉਹ ਕੁਐਸਚਨ ਉਹਨਾਂ ਨੇ ਵਾਪਸ ਲਿਆ। ਉਸ ਤੋਂ ਬਾਅਦ ਫਾਈਨਲੀ ਜਦੋਂ ਫਾਈਨਲ ਆਰਗੂਮੈਂਟ ਵੀ ਹੋਏ, ਉਦੋਂ ਵੀ ਇੱਕ ਵਾਰ ਤੇ ਉਹਨਾਂ ਨੇ ਫਾਈਲ ਸੁੱਟਤੀ ਸੀ। ਤੇ ਫਿਰ ਮੇਰੀ ਜਿਹੜੀ ਪਟੀਸ਼ਨ ਸੀ ਉਹ 'ਚ ਮੈਂ ਬੜਾ ਡਿਟੇਲ ਐਲੈਬੋਰੇਟਲੀ ਯੂਕੇ ਤੋਂ ਲੈ ਕੇ ਸਾਰੀਆਂ ਕੈਨੇਡਾ ਤੇ ਆਸਟ੍ਰੇਲੀਆ ਦਾ ਇੱਕ ਮੈਂ ਜ਼ਿਕਰ ਕੀਤਾ ਸੀ ਉੱਥੇ ਜਜਮੈਂਟ ਦਾ, ਕਿ ਵੀ ਇੱਕ ਆਸਟ੍ਰੇਲੀਅਨ ਪੁਲਿਸ ਨੇ $100 ਦਾ ਫਾਈਨ ਕਰਤਾ ਸੀ ਸਿੱਖ ਸਾਈਕਲਿਸਟ ਨੂੰ। ਕਿਉਂ? ਉਹਨੇ ਹੈਲਮਟ ਨਹੀਂ ਸੀ ਪਹਿਨੇ ਹੋਇਆ, ਪੱਗ ਪਹਿਨੀ ਹੋਈ ਸੀ। ਉਹਨਾਂ ਨੇ ਫਾਈਨ ਕਰਤਾ। ਉਹ ਕੋਰਟ 'ਚ ਗਿਆ, ਛੋਟੀ ਕੋਰਟ ਦੇ ਵਿੱਚ ਗਿਆ, ਉਹ ਸਿਟੀ ਸਟ੍ਰੋਟ ਮੈਜਿਸਟ੍ਰੇਟ। ਉਹਨੇ ਇਹ ਗੱਲ ਕਹੀ, ਉਹ ਕਹਿੰਦਾ ਹਾਊ ਅਪਨ ਦਿਸ ਅਰਥ ਇਟ ਇਜ਼ ਪੋਸੀਬਲ ਟੂ ਬੀਅਰ ਹੈਲਮਟ ਅਪਨ ਦੀ ਟਰਬਨ। $100 ਦਾ ਫਾਈਨ ਵੀ ਮਾਫ ਕੀਤਾ। ਆਸਟ੍ਰੇਲੀਆ 'ਚ ਕੋਈ ਕਾਨੂੰਨ ਨਹੀਂ, ਸਾਡੇ ਤਾਂ ਕਾਨੂੰਨ ਬਣਿਆ ਹੋਇਆ। ਸਾਡੇ ਮੋਟਰ ਵਹੀਕਲ ਐਕਟ ਦੇ ਵਿੱਚ ਐਗਜ਼ੰਪਸ਼ਨ ਹੈ 129 ਦੇ ਵਿੱਚ, ਤੁਸੀਂ ਨਹੀਂ ਲੋੜ ਜੇ ਤੁਸੀਂ ਪੱਗ ਬੰਨ੍ਹਦੇ ਹੋ, ਤੁਸੀਂ ਸਕੂਟਰ ਚਲਾਉਂਦੇ ਹੋਏ ਵੀ। ਜੱਜ ਸਾਹਿਬ ਮੈਨੂੰ ਕਹਿੰਦੇ ਵੀ ਅਸੀਂ ਤੁਹਾਡੀ ਪ੍ਰੋਟੈਕਸ਼ਨ ਦੀ ਗੱਲ ਕਰ ਰਹੇ ਹਾਂ। ਆਈ ਹੈਵ ਕਲੈਰੀਫਾਈਡ ਕਿ ਅਸੀਂ ਸੈਕੰਡ ਵਰਲਡ ਵਾਰ ਲੜੀ ਹੈ ਨਾ, ਉੱਥੇ ਤੁਹਾਨੂੰ ਯਾਦ ਹੋਣਾ ਸਿੱਖਾਂ ਨੇ ਗਨ ਬੈਟਲ ਫੀਲਡ ਦੇ ਵਿੱਚ ਜਿੱਥੇ ਉਹਨਾਂ ਦੀ ਮੌਤ ਦਾ ਸਵਾਲ ਸੀ, ਉੱਥੇ ਪੱਗ ਨਹੀਂ ਉਤਾਰੀ, ਸਿਰ ਕੱਟਿਆ ਜਾਵੇ ਬੇਸ਼ੱਕ, ਹੈਲਮਟ ਨਹੀਂ ਸੀ ਪਾਇਆ, ਔਰ ਬ੍ਰਿਟਿਸ਼ਰਜ਼ ਨੇ ਅਲਾਉ ਕੀਤਾ ਉਹਨਾਂ ਨੂੰ ਉੱਥੇ। ਸਾਡੀ ਜਿਹੜੀ ਟਰਬਨ ਵੀ ਹੈ, ਜੇ ਸਾਡੇ 5 ਕਕਾਰ ਨੇ, ਬੰਦੇ ਦਾ ਸਿਰ ਜਾਂਦਾ ਜਾਵੇ, ਨਹੀਂ ਬੰਦਾ ਮਤਲਬ ਇਹਨਾਂ ਤੋਂ ਦੂਰ ਹੋ ਸਕਦਾ। ਹਰਿਆਣਾ ਗਵਰਨਮੈਂਟ ਨੇ ਬਹੁਤ ਜ਼ੋਰ ਲਾਇਆ ਕਿ ਜਦੋਂ ਇਹ ਦਲੀਲ ਦਿੱਤੀ ਕਿ ਮੈਨੂੰ ਬੜੀ ਮਤਲਬ ਉਸ ਟਾਈਮ ਤਾਂ ਬੜੀ ਮੈਨੂੰ ਗੁੱਸਾ ਵੀ ਸੀ ਇਸ ਗੱਲ ਦਾ ਵੀ ਹਰਿਆਣਾ ਜਿਹੜਾ ਹੈ, ਹਰਿਆਣਾ ਸਾਤੋਂ ਡਿਫਰੈਂਟ ਨਹੀਂ ਹੈ। ਪੰਜਾਬ ਤੇ ਹਰਿਆਣਾ ਇੱਕੋ ਚੀਜ਼ ਹੈ। ਹੁਣ ਤੁਸੀਂ ਦੇਖਿਆ ਨਹੀਂ ਐਡਾ ਤਕੜਾ ਐਜੀਟੇਸ਼ਨ ਹੋਇਆ, ਲੋਕਾਂ 'ਚ ਤਾਂ ਕੋਈ ਅੰਤਰ ਨਹੀਂ। ਇਹ ਗਵਰਨਮੈਂਟ ਦੀ ਇੰਟੈਂਸ਼ਨਾਂ ਗਲਤ ਨੇ। ਲੋਕ ਤਾਂ ਭਰਾਵਾਂ ਵਾਂਗੂ ਵਰਤਦੇ ਨੇ, ਕੋਈ ਡਿਫਰੈਂਸ ਨਹੀਂ। ਅਖੀਰ ਤੇ ਜਿਸ ਤਰੀਕੇ ਨਾਲ ਇਸ ਵੇਲੇ, ਕਿਉਂਕਿ ਹੁਣ ਇਸ ਕੇਸ ਦੇ ਅੱਗੇ ਵੀ ਕੁਝ ਕਦਮ ਹੋਣੇ ਨੇ ਜਿਨ੍ਹਾਂ ਦੇ ਵੱਲ ਤੁਸੀਂ ਵਧਣਾ ਹੈਗਾ, ਹੁਣ ਕੇਸ ਕਿੱਥੇ ਕ ਹੈਗਾ, ਜਿਸ ਤਰੀਕੇ ਨਾਲ ਸੁਣਵਾਈ ਚੱਲ ਰਹੀ ਹੈ, ਅਗਲੀ ਸੁਣਵਾਈ ਕਦੋਂ ਹੈਗੀ, ਤਾਂ ਕਦੋਂ ਕ ਲੱਗਦਾ ਵੀ ਮਸਲੇ ਦਾ ਹੱਲ ਹੋ? ਕੋਰਟ ਨੇ ਆਰਡਰ ਕਰਤੇ ਨੇ। ਕੋਰਟ ਨੇ ਸਟੇਟਮੈਂਟ ਦੇ ਵਿਹਾਫ ਤੇ ਇਹ ਵੀ ਲਿਖਤਾ ਕਿ ਸਾਨੂੰ ਬਹੁਤ ਆਸ਼ਾ ਹੈ ਵੀ ਪੰਜਾਬ ਤੇ ਹਰਿਆਣਾ ਸਰਕਾਰ ਵਧੀਆ, ਬਾਗੜੀ ਸਾਹਿਬ ਜੋ ਵੀ ਰਿਪਰੈਜ਼ੈਂਟੇਸ਼ਨ ਦੇਣਗੇ ਦੋਨੋਂ ਸਰਕਾਰਾਂ ਨੂੰ, ਉਹਦੇ ਤੇ ਚੰਗਾ ਤੇ ਪੋਜ਼ਿਟਿਵ ਡਿਸੀਜਨ ਜਿਹੜਾ ਆਊਗਾ। ਇਹ ਡਾਇਰੈਕਸ਼ਨ ਕਰਕੇ ਡਿਸਪੋਜ਼ ਆਫ ਕਰਤਾ ਪਟੀਸ਼ਨ। ਇੱਕ ਸਵਾਲ ਮੇਰਾ ਇਹਦੇ ਵਿੱਚ ਹੈਗਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਹਰਿਆਣਾ ਦੇ ਵਿੱਚ ਵੀ ਹੈਗੀਆਂ, ਪੰਜਾਬ ਦੇ ਵਿੱਚ ਵੀ ਹੈਗੀਆਂ, ਉਹਨਾਂ ਦੀ ਭੂਮਿਕਾ ਕਿਹੋ ਜਿਹੀ ਹੈ? ਤੁਸੀਂ ਤਾਂ ਕਾਨੂੰਨੀ ਲੜਾਈ ਲੜ ਰਹੇ ਹੋ, ਕਿਉਂਕਿ ਜ਼ਿੰਮੇਵਾਰੀ ਕਈ ਵੇਲੇ ਅਸੀਂ ਕਹਿੰਦੇ ਹੁੰਦੇ ਆ ਨਾ ਕਿ ਇਹਨਾਂ ਜਥੇਬੰਦੀਆਂ ਨੂੰ ਅਸੀਂ ਦਿੱਤੀ ਹੋਈ ਹੈ ਜਿਹੜੀਆਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਬਣਦੀਆਂ ਨੇ। ਕਿ ਹਰਿਆਣਾ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਕੇਸ ਹਰਿਆਣੇ ਤੋਂ ਸਾਹਮਣੇ ਆਇਆ? ਦੇਖੋ, ਕੁਐਸਚਨ ਇਹਦੇ ਤੇ ਮੈਂ ਮਤਲਬ ਇਹ ਮੇਰੇ ਲਈ ਕਹਿਣਾ ਉਚਿਤ ਨਹੀਂ ਹੋਏਗਾ ਕਿ ਵੀ ਕੋਈ ਸਿੱਖ ਜਥੇਬੰਦੀ ਜਿਹੜੀ ਹੈ ਉਹ ਸਹੀ ਰੋਲ ਅਦਾ ਨਹੀਂ ਕਰ ਸਕਦੀ। ਮੈਂ ਤਾਂ ਇੱਕ ਕਹਿਣਾ ਹੈ ਵੀ ਜੇ ਜਿੰਨਾ ਮੈਂ ਕਰ ਸਕਦਾ, ਹਰ ਇੱਕ ਸਿੱਖ ਨੂੰ, ਜਾਂ ਜਿਸ ਕੋਲ ਵੀ ਕੋਈ ਅਹੁਦਾ ਹੈ, ਜਾਂ ਜਿਸ ਕੋਲ ਜਿਵੇਂ ਬੀਇੰਗ ਹਾਂ, ਈਵਨ ਦੋ ਕਿ 30 ਤਰੀਕ ਨੂੰ ਮੇਰਾ ਬੜਾ ਸ਼ਡਿਊਲ ਬਿਜ਼ੀ, ਉਸ ਦਿਨ ਮੈਂ ਆਊਟ ਆਫ ਸਟੇਟ ਜਾਣਾ ਸੀ, ਇੱਕ ਬਰਥਡੇ ਸੀ ਮੇਰੇ ਫੈਮਿਲੀ ਮੈਂਬਰ ਦਾ, ਉਹ ਮੈਂ ਛੱਡਿਆ। ਮੈਂ ਕਹਿੰਦਾ ਵੀ ਚਲੋ ਜਿਹੜੀਆਂ ਸੰਸਥਾਵਾਂ ਨੇ, ਜਦੋਂ ਜਿੱਥੇ ਵੀ ਲੋੜ ਪੈਂਦੀ ਹੈ, ਬਹੁਤ ਸੰਸਥਾਵਾਂ ਨੇ ਵਰਕ ਵੀ ਅੱਛਾ ਕੀਤਾ ਹੈ ਸਾਡੇ। ਮੈਨੂੰ ਜਿੱਥੋਂ ਤੱਕ ਜਦੋਂ ਫੋਨ ਆਇਆ ਸੀ, ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਜਥੇਦਾਰ ਸਾਹਿਬ ਨੂੰ ਅਪਰੋਚ ਕੀਤੀ ਸੀ, ਉਹਨਾਂ ਨੇ ਫੋਨ ਵੀ ਕੀਤਾ ਸੀ। ਕਿਹਨੂੰ ਕੀਤਾ ਸੀ? ਗਵਰਨਮੈਂਟ ਆਫ ਹਰਿਆਣਾ ਨੂੰ ਜਾਂ ਕਿਸ ਨੂੰ, ਬਟ ਉਹ ਨਹੀਂ ਮੰਨੇ। ਬਟ ਕੋਰਟ ਦਾ ਆਰਡਰ ਹੈ ਜਿਹੜਾ, ਆਰਡਰ ਦੇ ਵਿੱਚ ਤਾਂ ਐਲੈਬੋਰੇਟਲੀ ਉਹਨਾਂ ਨੇ ਜਿਹੜੀਆਂ ਕੰਟੈਂਸ਼ਨਸ ਨੇ, ਹੁਣ ਮੈਂ ਇਹੀ ਗੱਲ ਮੈਂ ਇਸ ਕਰਕੇ ਕਹਿਣਾ, ਜਿੰਨਾ ਇੱਕ ਡਿਸੀਜਨ ਨਹੀਂ, ਹੋਰ ਕਈ ਡਿਸੀਜਨ ਨੇ। ਏਵੀਏਸ਼ਨ ਮਿਨਿਸਟਰੀ ਦਾ ਡਿਸੀਜਨ ਜਿਹੜਾ ਉਹ ਹੈਗਾ ਵੀ ਜਿਹੜਾ ਸਿੱਖ ਹੈ ਉਹ ਡੋਮੈਸਟਿਕ ਫਲਾਈਟ ਦੇ ਵਿੱਚ ਆਪਣੀ ਕਿਰਪਾਨ ਲੈ ਕੇ ਜਾ ਸਕਦਾ, ਉਹ ਵੀ ਤੇ ਆਰਡਰ ਹੋਇਆ ਹੋਇਆ। ਹੁਣ ਕੋਈ ਉਹ ਜਿਹੜਾ ਇੱਕ ਮੈਂ ਤੁਹਾਡੇ ਕੈਮਰਾਮੈਨ ਨੂੰ ਵੀ ਕਹਿ ਦਿੰਦਾ ਕਿ ਅਗਰ ਇਫ ਇਟ ਇਜ਼ ਪੋਸੀਬਲ ਟੂ ਸ਼ੋ ਦੈਟ ਆਲਸੋ, ਉਹ ਵੀ ਮੈਂ ਨਾਲ ਲਾਇਆ ਸੀ ਪਟੀਸ਼ਨ ਦੇ ਚ, ਕਿ ਵੀ ਉਹ ਵੀ ਤਾਂ ਇੱਕ ਗਵਰਨਮੈਂਟ ਨੇ ਕੀਤਾ, ਸੈਂਟਰ ਨੇ ਜੇ ਚਾਹਿਆ, ਹੁਣ ਕੋਈ ਲਾਊਗਾ, ਰੋਕ ਨਹੀਂ ਲਾ ਸਕਦਾ। ਉਹ ਵੀ ਤਾਂ ਆਰਡਰ ਹੋਇਆ। ਜੇ ਆਰਡਰ ਹੋਇਆ, ਹੁਣ ਜਿਹੜੀ ਡੋਮੈਸਟਿਕ 에ਅਰਲਾਈਨ ਹੈ ਉਹ ਕਿਵੇਂ ਲਾ ਦੂਗੀ? ਜੇ ਐਦਾਂ ਦਾ ਆਰਡਰ ਇਹਦੇ ਵਿੱਚ ਆ ਗਿਆ, ਕੋਈ ਕਿੱਦਾਂ ਕੋਈ ਬੈਨ ਲਾ ਦੂਗਾ? ਤਮਾਮ ਆਰਡਰ ਜਿਹੜੇ ਆ, ਪਹਿਲਾਂ ਜਿਹੜੇ ਫੈਸਲੇ ਆਏ ਆ ਅਦਾਲਤ ਦੇ, ਉਹ ਤੁਸੀਂ ਨਾਲ ਨੱਥੀ ਕਰਕੇ ਸਾਰਾ ਉਹਨਾਂ ਨੂੰ ਰਿਪੋਰਟ ਦਿੱਤੀ? ਜਿੱਥੇ ਮੈਨੂੰ ਕੋਈ ਮੇਰੇ ਫੇਵਰੇਬਲ ਲੱਗਿਆ ਤਦੇ ਤੇ, ਕਿਉਂਕਿ ਉਸ ਦਿਨ ਤਾਂ ਆਰਡਰ ਬੜਾ ਪਹਿਲਾਂ ਤੇ ਕੋਰਟ ਦਾ ਵੀ ਇਦਾਂ ਲੱਗਦਾ ਸੀ ਵੀ, ਕਿਉਂਕਿ ਕੋਰਟ ਵੀ ਸਾਰਾ ਕੁਝ ਦੇਖਣ ਤੋਂ ਬਾਅਦ ਇਹ ਆਰਡਰ ਕਰਦੀ ਹੈ ਨਾ। ਮੈਂ ਤਾਂ ਕੋਰਟ ਨੂੰ ਇੱਥੋਂ ਤੱਕ ਕਹਿਤਾ ਸੀ ਵੀ ਕੋਰਟ ਅਗਰ ਜਿੰਨੇ ਮੇਰੀਆਂ ਦਲੀਲਾਂ ਨਾਲ ਨਹੀਂ ਵੀ ਕੰਟੈਂਸ਼ਨ ਸਹਿਮਤ ਤਾਂ ਆਰਡਰ ਕਰੋ। ਮੈਂ ਤਾਂ ਰਾਤੋਂ ਰਾਤ ਸੁਪਰੀਮ ਕੋਰਟ ਜਾ ਕੇ ਵੀ ਸਪੈਸ਼ਲ ਬੈਂਚ ਬਿਠਵਾਉਂਗਾ।
ਮੈਂ ਆਈ ਹੈਵ ਕਲੈਰੀਫਾਈਡ ਦੈਟ। ਤੇ ਇਹ ਦੇਖੋ ਤੁਸੀਂ, ਬਿਊਰੋ ਆਫ ਐਵੀਏਸ਼ਨ ਸੈਕਸ਼ਨ ਗਵਰਨਮੈਂਟ ਆਫ ਇੰਡੀਆ ਦਾ ਹੈ। ਹੁਣ ਇਹ ਆਰਡਰ ਦੀ ਪ੍ਰੋਟੈਕਸ਼ਨ ਦੇ ਨਾਲ ਜੇ ਐਵੀਏਸ਼ਨ ਦਾ ਕੋਈ ਵੀ ਡੋਮੈਸਟਿਕ ਜਿਹੜੀਆਂ ਫਲਾਈਟਾਂ ਨੇ ਉਹਦੇ ਤੇ ਕਿਵੇਂ ਲਾ ਦੂਗਾ? ਹੁਣ ਆਰਡਰ ਵੀ ਫੇਵਰੇਬਲ ਹੈਗਾ ਤੇ ਹੁਣ ਤੇ ਕੋਈ ਅਪਰੂਵਲ ਹੀ ਚਾਹੀਦੀ ਹੈ ਗਵਰਨਮੈਂਟ ਦੇ ਬਲੈਕ ਐਂਡ ਵਾਈਟ ਚ ਆਉਣ ਦੀ। ਉਹ ਮੈਂ ਚਾਹੁੰਦਾ ਵੀ ਮੈਂ ਆਪਣੀ ਲਾਈਫ ਟਾਈਮ ਦੇ ਵਿੱਚ ਐਟਲੀਸਟ ਸਾਡਾ ਜਿਹੜਾ ਰਹਿਤ ਮਰਿਆਦਾ ਹੈ ਉਹ ਸਾਨੂੰ ਪਤਾ ਹੈ। ਉਹ ਜਦੋਂ ਕਾਨੂੰਨਨ ਤੌਰ ਤੇ ਕੋਈ ਕਿਸੇ ਕਿਸਮ ਦਾ ਉਹਨੂੰ ਅਪਰੂਵਲ ਮਿਲ ਜੂਗਾ, ਫਿਰ ਕੱਲ ਨੂੰ ਕੋਈ ਵੀ ਹਾਂ ਇਹ ਮੇਰੀ ਇਹ ਸਮਝ ਹੋ ਸਕਦੀ ਕਹਿ ਲਓ ਤੁਸੀਂ। ਐਂਡ ਆਈ ਐਮ ਆਲਸੋ ਰਿਕੁਐਸਟਿੰਗ ਕੋਈ ਵੀ ਜਿਹੜੇ ਤੁਹਾਡੇ ਚੈਨਲ ਦੇ ਜਰੀਏ ਦੇਖ ਰਹੇ ਨੇ, all intellectual are requested if they want to suggest anything other, ਕਿਉਂਕਿ ਕੋਈ ਹੋਰ ਕੋਈ ਰਾਏ ਹੋਵੇ ਜਾਂ ਕੋਈ ਹੋਰ ਐਡੀਸ਼ਨ ਹੋਵੇ, ਇਹ ਤਾਂ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ। ਕੁਝ ਕੁ ਪੁਆਇੰਟ ਹੋਰ ਵੀ ਬਹੁਤ ਨੇ ਜਿਹੜੇ ਮੈਂ ਇਹਦੇ ਵਿੱਚ ਇਨਕਲੂਡ ਕਰਨੇ ਨੇ, ਤੇ ਹੋਰ ਵੀ ਪੋਜ਼ਿਟਿਵ ਜਿਹੜੀ ਹੈ ਉਹ ਵੀ ਅਗਰ ਹੋਵੇ। ਯੈਸ ਵੀ ਤਾਂ ਇਹ ਸਨ ਚਰਨਪਾਲ ਬਾਗੜੀ, ਜਿਨ੍ਹਾਂ ਨਾਲ ਗੱਲਬਾਤ ਕਰਕੇ ਇਸ ਕੇਸ ਦੀ ਗੰਭੀਰਤਾ ਸਮਝਣ ਦੀ ਕੋਸ਼ਿਸ਼ ਕੀਤੀ। ਸਾਫ਼ ਤੌਰ ਤੇ ਕਹਿੰਦੇ ਕਿ ਬੱਚਿਆਂ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ। ਬਹੁਤ ਵਾਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਐਗਜ਼ਾਮ 'ਚ ਜਾਣ ਤੋਂ ਪਹਿਲਾਂ ਪਾਬੰਦੀ ਲਗਾ ਦਿੱਤੀ ਗਈ 5 ਕਾਰਾਂ ਤੇ, ਤਾਂ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਹੋਈਆਂ। ਤਾਂ ਹੁਣ ਕਹਿੰਦੇ ਕਿ ਇੱਕ ਪੱਕਾ ਹੱਲ ਹੋ ਜਾਵੇ, ਉਸ ਦੀ ਕੋਸ਼ਿਸ਼ ਆਰੰਭ ਦਿੱਤੀ ਹੈ। ਜੇ ਬਹੁਤੇ ਲੋਕ ਜਿਹੜੇ ਨੇ ਇਸ ਮੁਤਲਕ ਕੋਈ ਵੀ ਉਹਨਾਂ ਨੂੰ ਵੀ ਸਮਝ ਹੈਗੀ ਹੈ ਤਾਂ ਉਹ ਵੀ ਆਪਣੀ ਰਾਏ ਜ਼ਰੂਰ ਸਾਂਝੀ ਕਰਨ। ਫਿਲਹਾਲ ਤੁਹਾਡੇ ਤੋਂ ਅਗਲੇ ਨੇ ਸਹਿਯੋਗੀ ਸੁਨੀਲ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਮੋਹਾਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।